ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸੋ ਅੱਜ ਦੀ ਵੀਡੀਓ ਦੇ ਵਿੱਚ ਵੀ ਆਪਾਂ ਇਨਫੋਰਮੇਸ਼ਨ ਹੀ ਦੇਣੀ ਹੈ ਤੇ ਅੱਜ ਆਪਾਂ ਖੜੇ ਹਾਂ ਫਿਨਲੈਂਡ ਦੀ ਕੈਪੀਟਲ ਹੈਲਸਿੰਕੀ ਦੇ ਵਿੱਚ ਤੇ ਲਾਸਟ 2 ਦਿਨ ਹੋ ਗਏ ਆ ਇੱਥੇ ਆਇਆਂ ਨੂੰ ਤੇ ਆਪਾਂ ਇੱਥੇ ਆ ਕੇ ਚੀਜ਼ਾਂ ਓਬਜ਼ਰਵ ਕਰੀ ਦੀਆਂ ਨੇ ਵੀ ਕਿਵੇਂ ਇੱਥੇ ਜਿਹੜੇ ਸਟੂਡੈਂਟਸ ਨੇ ਉਹ ਆਪਣੇ ਰਹਿ ਰਹੇ ਨੇ ਤੇ ਕੀ, ਕਿਉਂਕਿ ਫਿਨਲੈਂਡ ਇੱਕ ਕ੍ਰੇਜ਼ ਹੀ ਚੱਲਦਾ ਪਿਆ ਹੈ ਅੱਜ ਦੇ ਟਾਈਮ ਦੇ ਵਿੱਚ। ਬਹੁਤ ਸਾਰੀਆਂ ਕੁਐਰੀਜ਼ ਆ ਰਹੀਆਂ ਨੇ ਮੇਰੇ ਕੋਲ ਕਿ ਆਪਾਂ ਫਿਨਲੈਂਡ ਜਾਣਾ ਆ ਤੇ ਕਿਉਂਕਿ ਸਪਾਊਸ ਵੀਜ਼ਾ ਕਰਕੇ ਬਹੁਤ ਜ਼ਿਆਦਾ ਫੇਮਸ ਹੈ ਫਿਨਲੈਂਡ, ਕਿਉਂਕਿ ਸੇਮ ਡੇ ਅਸੀਂ ਅਪਲਾਈ ਕਰ ਸਕਦੇ ਹਾਂ, ਸੇਮ ਡੇ ਟਰੈਵਲ ਕਰਕੇ ਅਸੀਂ ਫਿਨਲੈਂਡ ਆ ਸਕਦੇ ਹਾਂ। ਸੋ ਇੱਥੇ ਆ ਕੇ ਇੱਥੋਂ ਇਨਫੋਰਮੇਸ਼ਨ ਲੈ ਕੇ ਤੁਹਾਡੇ ਤੱਕ ਪਹੁੰਚਾਉਣੀ ਬਹੁਤ ਜ਼ਰੂਰੀ ਹੁੰਦੀ ਹੈ ਵੀ ਜੇ ਤੁਸੀਂ ਕੱਲ੍ਹ ਨੂੰ ਆ ਵੀ ਜਾਂਦੇ ਹੋ ਇੱਥੇ ਆ ਕੇ ਤੁਹਾਡਾ ਫਿਊਚਰ ਕੀ ਹੈ, ਕੀ ਉਹ ਫਿਊਚਰ ਸਿਕਿਉਰ ਹੈਗਾ ਆ ਜਾਂ ਨਹੀਂ ਹੈਗਾ। ਸੋ ਮੇਰੀ ਇੱਥੇ 1-2 ਸਟੂਡੈਂਟਸ ਨਾਲ ਵੀ ਗੱਲ ਹੋਈ ਆ, ਉਹਨਾਂ ਨੂੰ ਵੀ ਮਿਲ ਕੇ ਤੁਹਾਡੇ ਡਾਊਟ ਜਿਹੜੇ ਨੇ ਉਹ ਕਲੀਅਰ ਕਰਨ ਦੀ ਗੱਲ ਹੈ, ਜਿਹੜੇ ਹੈ ਕੋਸ਼ਿਸ਼ ਹੈ ਉਹ ਮੇਰੇ ਵੱਲੋਂ ਕੀਤੀ ਜਾਊਗੀ। ਅੱਜ ਇਸ ਵੀਡੀਓ ਦੇ ਵਿੱਚ ਸਿਰਫ ਇਹ ਦਿਖਾਉਣਾ ਹੈ ਕਿ ਇੱਕ ਸਟੂਡੈਂਟ ਦੀ ਲਾਈਫ ਕਿਵੇਂ ਦੀ ਹੁੰਦੀ ਹੈ, ਇੱਥੇ ਆ ਕੇ ਕੀ ਉਹਨੂੰ ਫੇਸ ਕਰਨਾ ਪੈਂਦਾ ਆ, ਕੀ ਚੀਜ਼ਾਂ ਨੇ ਜਿਹੜੀਆਂ ਸਟੂਡੈਂਟ ਦੇ ਅੱਗੇ ਆਉਂਦੀਆਂ ਨੇ ਕਿ ਤੁਸੀਂ ਵੀ ਕੱਲ੍ਹ ਨੂੰ ਇੱਥੇ ਆਉਣ ਦਾ ਪਲਾਨ ਕਰ ਰਹੇ ਹੋ। ਸੋ ਉਹ ਵਾਲੇ ਜਿਹੜੇ ਪੁਆਇੰਟਸ ਹੈਗੇ ਨੇ ਉਹ ਇਸ ਵੀਡੀਓ ਦੇ ਵਿੱਚ ਆਪਾਂ ਕਲੀਅਰ ਕਰਦੇ ਹਾਂ। ਸੋ ਜਿਵੇਂ ਆਪਾਂ ਪਹਿਲਾਂ ਗੱਲ ਕੀਤੀ ਸੀ ਕਿ ਆਪਾਂ ਫਿਨਲੈਂਡ ਦੇ ਵਿੱਚ ਸਟੂਡੈਂਟ ਦੇ ਨਾਲ ਮਿਲ ਕੇ ਪੂਰੀ ਇਨਫੋਰਮੇਸ਼ਨ ਫਿਨਲੈਂਡ ਦੇ ਬਾਰੇ ਲਵਾਂਗੇ। ਸੋ ਅੱਜ ਮੇਰੇ ਨਾਲ ਜੁੜੇ ਹੈ ਕਿਸ਼ਨ ਜੀ, ਇਹ ਹੈਗੇ ਨੇ ਹਰਿਆਣੇ ਤੋਂ। ਸੋ ਇਹਨਾਂ ਨੇ ਮੈਨੂੰ ਕੰਟੈਕਟ ਕੀਤਾ ਸੀਗਾ ਫੇਸਬੁੱਕ ਤੋਂ ਤੇ ਇੰਸਟਾਗ੍ਰਾਮ ਤੋਂ ਨੰਬਰ ਲੈ ਕੇ, ਤੇ ਇਹਨਾਂ ਕੋਲ ਆਪਾਂ ਪੂਰੀ ਕਹਾਣੀ ਜਾਣਾਂਗੇ ਵੀ ਕਿਵੇਂ ਆਏ, ਕਿਹੜੇ ਕੋਰਸ 'ਤੇ ਆਏ ਤੇ ਕਿੰਨਾ ਟਾਈਮ ਹੋ ਗਿਆ, ਕੀ ਦਿੱਕਤਾਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ। ਸੋ ਆਪਾਂ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ, ਜਿਹੜੀ ਗੱਲਾਂ ਆਪਾਂ ਕੀਤੀਆਂ ਨੇ ਉਹ ਪੂਰੀਆਂ ਐਵੇਂ ਐਕਸਪਲੇਨ ਕਰਨੀਆਂ। ਸੋ ਬੜੇ ਸਟੂਡੈਂਟ ਭਾਜੀ ਮੈਨੂੰ ਫੋਨ ਮੈਸੇਜ ਕਮੈਂਟ ਕਰਦੇ ਆ ਕਿ ਅਸੀਂ ਫਿਨਲੈਂਡ ਜਾਣਾ, ਫਿਨਲੈਂਡ ਦੇ ਲਈ ਅਪਲਾਈ ਕਰਨਾ ਆ ਤੇ ਉੱਥੇ ਜਾ ਕੇ ਅਸੀਂ ਸੈੱਟ ਹੋਣਾ ਹੈ, PR ਲੈਣੀ ਹੈ। ਉਹ ਸਾਰੀ ਸੱਚਾਈ ਜਾਣਨੀ ਹੈ ਅੱਜ, ਚਾਹੇ 20 ਮਿੰਟ ਲੱਗਣ ਚਾਹੇ 25, ਸਾਨੂੰ ਇਕੱਲੇ ਸੱਚ ਚਾਹੀਦਾ। ਸੋ ਸ਼ੁਰੂ ਕਰਦੇ ਹਾਂ। ਤੁਸੀਂ ਕਦੋਂ ਆਏ ਸੀ, ਕਿਹੜੇ ਵੀਜ਼ੇ 'ਤੇ ਆਏ ਸੀ ਤੇ ਕਿੰਨਾ ਦੇ ਕੋਲੋਂ ਆਏ ਸੀ ਇਹ ਨਹੀਂ ਆਪਾਂ ਦੱਸਣਾ, ਬਟ ਇਹ ਦੱਸਾਂਗੇ ਜ਼ਰੂਰ ਕਿਹੜੇ ਕੋਰਸ ਤੇ ਕਿਹੜੀ ਯੂਨੀਵਰਸਿਟੀ ਆਏ ਸੀ। ਸੋ सत श्रीकाल जी, मेरा नाम किशन है और मैं 2024 में यहाँ पर आया था और मैं आया था एक PG डिप्लोमा प्रोग्राम के लिए। PG डिप्लोमा प्रोग्राम जो इंडस्ट्रियल मैनेजमेंट में था और यूनिवर्सिटी का नाम मेट्रोपोलिटन यूनिवर्सिटी था। और जो PG प्रोग्राम था वो 1 साल का होता है यहाँ पे, और यहाँ पर आके मेरे को पता लगा कि PG डिप्लोमा जो 1 साल का होता है वो B परमिट में होता है, लेकिन हमें पता नहीं था कि A परमिट B परमिट का क्या डिफरेंस होता है, क्या है। तो उसके बाद आने के बाद हमें पता लगा कि B परमिट ही लुक लाइक कि आप टूरिस्ट वीज़ा पे हैं यहाँ पे। आपको कोई बेनिफिट नहीं मिलेगा, कोई आपको मेडिकल फैसिलिटी नहीं मिलेगी, कोई किसी तरह का आपको सपोर्ट नहीं मिलेगा। इवन जैसे हमारे उधर नगर निगम नगर पालिका होती है, यहाँ पर DVV कहते हैं उसको, वहाँ पे भी आप टेम्परेरी रजिस्टर्ड होते हैं यहाँ पे, कि आप सिर्फ टेम्परेरी आए हैं। तो आप यहाँ पर टेम्परेरी ही रहेंगे जब तक आप B परमिट पे हैं। उसके बाद B परमिट को A परमिट करवाने के लिए पहले आपको वो कोर्स कंप्लीट करना है। फिर कोर्स कंप्लीट करने के बाद आपको फिर दोबारा यहाँ पर मास्टर ही लेनी पड़ेगी। मास्टर कंप्लीट होने के बाद ही आपका लगभग A परमिट होएगा, और मे भी शायद वो भी ना हो। सो मैंडेटरी A परमिट मैंडेटरी है फॉर, अगर आपने वर्क परमिट या आगे यहाँ पे किसी तरह का कोई भी वीज़ा अप्लाई करना है, सो यही कह सकते हैं हम इसको। जी, आपको A परमिट पे ही यहाँ पर आना है, B परमिट पे नहीं। भाजी PG डिप्लोमा यूनिवर्सिटी केड़ी सी, कितनी फीस भर के आए? भाजी मैं यूनिवर्सिटी थी मेरी मेट्रोपोलिटन जी, जो मेरी 1 साल की फ़ीस मैंने भरी थी वो 11,600 भरी थी, 11,600 यूरो जी। और यूनिवर्सिटी थी मेट्रोपोलिटन यूनिवर्सिटी थी। और ਤੁਹਾਨੂੰ ਇੱਥੇ ਲਗਭਗ ਕੋਈ ਅੱਜ 2 ਸਾਲ ਹੋ ਚੱਲੇ जी। 2 ਸਾਲ 2 ਸਾਲਾਂ 'ਚ ਕਿੰਨੀ ਕਮਾਈ ਕਰ ਲਈ? ਭਾਜੀ ਕਿਸ਼ਤੇ ਗਈ ਹੈ ਓਨਲੀ। ਭਾਜੀ ਲੋਕੀ ਉੱਥੇ ਮੈਨੂੰ ਕਹਿੰਦੇ ਸੀ ਉੱਥੇ ਜਾ ਕੇ 2,000-3,000 ਯੂਰੋ ਮੰਥਲੀ ਜੋ ਇੱਥੇ ਫਿਨਲੈਂਡ ਦੇ ਵਿੱਚ ਕਮਾ ਸਕਦੇ ਆ। ਠੀਕ ਹੈ, ਆਪਾਂ ਮੰਨਦੇ ਹਾਂ ਕਮਾ ਵੀ ਸਕਦੇ ਆ, ਬਟ ਖਰਚੇ ਕੀ ਐਜ਼ ਅ ਸਟੂਡੈਂਟ ਹੁੰਦੇ ਆ? यहाँ पर मैं 2-3 हज़ार नहीं कह रहा, मैं यहाँ पर कह रहा हूँ 3,500-4,000 भी कमा सकते हैं जी। लेकिन कमाने के बाद ओवरऑल आपके हैंड में कितना आ रहा है वो आपको ज़्यादा मैटर करता है जी। अगर आप यहाँ 3,000 कमा रहे हैं, 3,000 यूरो में यहाँ पर पहली बात आप कोई काम नहीं है यहाँ पे,
यहाँ पर सिर्फ बोल्ट चलती है, फूडोरा थी वो चली गई, अब ऊबर आ गई है। डिलीवरी पॉइंट ओनली डिलीवरी बॉयज़ का ही काम है, और वैसे काम बिल्कुल नहीं है। अगर काम आपको थोड़ा बहुत अगर मिलता है, वो बहुत आपकी कोई रेफरेंस है यहाँ पर तो ही मिलेगा, फिर आपको शायद लैंग्वेज की ज़रूरत भी नहीं है अगर आपके पास रेफरेंस है तो जी। लेकिन फिर लैंग्वेज का ये डालते हैं, तो वो आप डिलीवरी जॉब में आप 3000 करीब बना सकते हैं अगर आप 12 घंटे दे रहे हैं डेली के। 12 घंटे में यहाँ पर हम क्या करते हैं, आपकी अपनी आईडी नहीं आती। अपनी आईडी आज आप अप्लाई करेंगे तो मे भी आईडी भाजी क्यों नहीं आती? परमिट करके AB परमिट जेड़ा सी यहाँ पर जो बच्चे हैं वो बहुत ज़्यादा हैं। ज़्यादा है अभी मेरे को 2 साल हो गए हैं, मेरी अभी अपनी आईडी नहीं आई है जी। मैं अभी भी केयू में हूँ। मैंने अभी कंफर्म करा तो मेरा लगभग 25,000 नंबर है अभी। 25,000 जो आपसे ऊपर वाले हैं वो हमसे आगे लगभग 24,000 बंदे हैं अभी। वाह। तो यहाँ पर जिनकी आईडी आ गई हैं वो शायद राजा हैं यहाँ पे। वो इसलिए राजा हैं कि वो अपनी आईडी सब्स्टिट्यूट पे देते हैं। सब्स्टिट्यूट का इतना बुरा हाल है, जो जेन्युइन बंदे हैं वो चलो 300-400 यूरो में दे देते हैं, उनको जेन्युइन कहा जाएगा। लेकिन यहाँ पर आईडीज़ 1200-1300 में भी, 1000 में भी मिलती है। मतलब ਫੋਰ ਐਗਜ਼ਾਮਪਲ ਆਪਾਂ ਕਹੀਏ ਕਿ ਵਿਕਦੀ ਹੈ ਆਈਡੀ, ਵਿਕਦੀ ਹੈ ਕਿਸੇ ਦੀ ਆਈਡੀ ਤੁਸੀਂ ਲੈਣੀ ਹੈ, ਉੱਤੇ ਕੰਮ ਕਰਨਾ ਹੈ, ਕੰਮ ਕਰਕੇ ਜਿੰਨੇ ਤੁਸੀਂ ਮੰਥਲੀ ਕਮਾਏ ਉਹਦੇ ਵਿੱਚੋਂ 1200-1300 ਯੂਰੋ उसको देने हैं ਜਿਹਦੀ ਆਈਡੀ ਹੈ, ਜਿਹਦੀ ਆਈਡੀ ਹੈ। ਕੰਪਲਸਰੀ ਹੈ ਦੇਣੀ। ਜੇ ਤੁਸੀਂ 1200 ਦੇ ਰਹੇ ਹੋ ਤਾਂ ਉਹ ਅਕਾਊਂਟ 'ਚ ਲੈ ਲੇਗਾ ਆਪਣੇ। ਹਾਂਜੀ। ਜੇ ਤੁਸੀਂ ਕਹੋਗੇ कि नहीं ਕੰਮ ਕਰ ਲਓ, वो कहेगा 1000 दे दो, कैश दे दो। ठीक है इधर से कान पकड़ो, इधर से बराबर ही है, 200 आपका टैक्स चल जाना है। और टैक्सेस की गल कर लेने भाजी, तुसी क्या 3500 यूरो हम कमा सकते हैं। हाँ खर्चा कितने एज अ स्टूडेंट? आपके पास डिपेंडेंट भी थे ना आपकी वाइफ? हाँ डिपेंडेंट भी था। और अगर हम 3000 यूरो कमा रहे हैं, 1200 तो उधर चला जाता है, या 1000 भी मान के चले, 1000 उधर चला गया, 2000 रह गया। 2000 रह गया। 2000 में अगर आप काम करते हैं, अगर आप स्कूबो या फिर उससे करते हैं तो थोड़ा सा बच जाता है। स्कूबो से आप 3000 नहीं बना पाएंगे जी। अगर आप कार से बनाते हैं तो 3000 बन जाएंगे, लेकिन कार से बनाने पर आपका लगभग 500 से 600 यूरो का फ्यूल लगेगा। स्कूबो की होता भाजी एक बारी? स्कूबो क्या होता है, जैसे हमारे पास इलेक्ट्रिकल स्कूटर हो गया जी, उस पर आप काम करते हैं तो वो आपको ही पता स्लो चलता है, तो थोड़ा कम उसमें अर्निंग होती है। लेकिन कार में थोड़ी अर्निंग ज़्यादा होती है, लेकिन एक्सपेंस भी ज़्यादा है। एक्सपेंस है क्योंकि आपके 500-600 यूरो फ्यूल में जाएगा, आपका पर मंथ ऑलमोस्ट 100 यूरो आपका इंश्योरेंस जाएगा, आपका ऑलमोस्ट 20-30 यूरो आपका रोड टैक्स जाएगा। तो आप ये देखें कि ऑलमोस्ट 1700-1800 यूरो निकल गया यहीं से ही निकल गया। और 3000 पर अगर आपकी 3000 सैलरी है तो लगभग आपको 13 से 17% आपको टैक्स देना पड़ता है। 17%? हाँ। और इससे अगर ऊपर जाएगी, मान के चलो आपकी सैलरी 5 से 6000 के बीच में आ जाएगी, तो आपको हाईएस्ट टैक्स है जो वो 45% है। 45% टैक्स? 45% टैक्स यहाँ पर है, वो आपको देना पड़ेगा। तो अगर हम 3000 की भी बात करते हैं तो 100-150 के लमसम आपका टैक्स चला जाता है, तो वो लगभग 2000 उनके हो गए। जी जी जी। उसके बाद आते हैं हम अगर फैमिली के साथ रह रहे हैं, तो अगर हम यहाँ फैमिली के साथ रह रहे हैं और आप सिटी में नहीं हो, सिटी से आउटसाइड में हो, तो वहाँ नॉर्मली रेंट आपका 1 BHK या 2 BHK लेते हैं, तो 550 से स्टार्ट होके 850 के बीच में आता है मंथली रेंट। मंथली रेंट अगर आप सिटी में रहते हैं तो आपका 750 से लेकर 1100 तक रहता है। मतलब कि बचिया की भाजी पीछे? बचना कुछ नहीं है भाजी, झूठे झूठे एंजॉय कर सकते हो इधर। तो उसके बाद आपका फूड भी है। अभी पिछले जो वार हुआ था इसके वजह से ग्रोसरी का प्राइस बढ़ गया है। जो हमारा ग्रोसरी का एक्सपेंस 250-300 करीब आता था, वो 400 से 450 हो गया है। तो और फ्यूल का क्या था कि हमारा 500 फ्यूल लगता था, वो बढ़ गया है, क्योंकि फ्यूल हमारा होता था 1.4 यूरो से लेकर 1.6 यूरो के बीच में रहता था। जी जी। अब का यहाँ पर फ्यूल 2.1 से लेकर 2.3 हो गया है, तो ऑलमोस्ट 60% 70% फ्यूल भी बढ़ गया है। ठीक है जी। सो भाजी ਆਪਣੇ ਕੋਲ ਕੁਐਸਚਨ ਇਹ ਵੀ ਆਉਂਦੇ ਆ ਕਿ ਸਾਨੂੰ ਕੋਈ ਏਜੰਟ ਜਾਂ ਕੋਈ ਵੀ ਇਮੀਗ੍ਰੇਸ਼ਨ ਵਾਲਾ ਕਹਿ ਰਿਹਾ ਕਿ ਪੀਜੀ ਡਿਪਲੋਮਾ ਲੈ ਲਓ, ਪੀਜੀ ਡਿਪਲੋਮਾ 18 ਮਹੀਨੇ ਜਾਂ 24 ਮਹੀਨੇ ਦਾ ਮੈਟਰੋਪੋਲੀਟਨ ਯੂਨੀਵਰਸਿਟੀ ਜਾਂ ਅਦਰ ਕੋਈ ਵੀ ਯੂਨੀਵਰਸਿਟੀ ਲੈ ਕੇ ਚਲੇ ਜਾਓ। ਉਸ ਤੋਂ ਬਾਅਦ ਉਹ ਕੰਪਲੀਟ ਕਰਕੇ ਤੁਸੀਂ ਮਾਸਟਰਸ ਲੈ ਸਕਦੇ ਹੋ। ਪਰਮਿਟ ਚੇਂਜ ਕਰਾ ਕੇ ਤੁਸੀਂ ਉੱਥੇ 4 ਸਾਲ ਜਾਂ 5 ਸਾਲਾਂ ਬਾਅਦ PR ਆਪਣੀ ਅਪਲਾਈ
ਕਰ ਸਕਦੇ ਹੋ ਮਾਸਟਰਸ ਤੋਂ ਬਾਅਦ, ਇਹਦੇ ਵਿੱਚ ਕਿੰਨੀ ਕੁ ਸੱਚਾਈ ਹੈ ਕਿ ਇਹ ਸਹੀ ਹੈ ਜਾਂ ਗਲਤ ਹੈ? भाजी इसका क्या, अगर आप पीजी डिप्लोमा पे आते हो तो मेरे हिसाब से पीजी डिप्लोमा पे मत आओ। पीजी डिप्लोमा आपका बी परमिट रहेगा। बी परमिट मतलब आप टूरिस्ट रहोगे। आप 1 साल आप यहाँ पर वो लगाओगे, अगर 2 साल का है तो 2 साल बी परमिट पे रहोगे, तो 2 साल आपका ना वो क्या नाम है यहाँ पर पीआर में काउंट होएगा। वो आपका जिस दिन आप ए परमिट पे आ जाओगे, मास्टर में एडमिशन लोगे, उस दिन से एक आपका फर्स्ट डे माना जाएगा यहाँ पे। तो जो आपने 2 साल यहाँ पर स्पेंड करे, जैसे मेरे 2 साल यहाँ स्पेंड करे हैं, तो मैं एज ए टूरिस्ट ही रह रहा हूँ 2 साल से। इनकी कहीं पे भी लिखा नहीं आएगा कि आप यहाँ पर रह रहे हैं। ਮਤਲਬ ਕਿ ਐਜ਼ ਅ ਟੂਰਿਸਟ, ਜਿਵੇਂ ਮੈਂ ਅੱਜ ਟੂਰਿਸਟ ਵੀਜ਼ਾ ਤੇ ਆ ਭਾਜੀ, जी ਮੈਨੂੰ ਕੰਮ ਕਰਨ ਦੀ ਪਰਮਿਸ਼ਨ ਨਹੀਂ ਹੈ, ਹਾਂਜੀ। ਮੈਂ ਕੰਮ ਨਹੀਂ ਕਰ ਸਕਦਾ। ਸੇਮ ਹੀ ਉਹ ਪਰਮਿਟ ਦੇ ਬੀ ਪਰਮਿਟ ਦੇ ਵਿੱਚ ਆਪਾਂ ਨੂੰ ਇਹ ਚੀਜ਼ ਦਾ ਸਾਹਮਣਾ ਕਰਨਾ सेम ही यही है, बस आपको यहाँ पर काम करने की परमिशन मिल जाती है, लेकिन आपसे टैक्स उतना ही लिया जाएगा जैसे ए परमिट से लिया जाएगा। हर चीज़ आपसे लेने वाला जो है वो सेम रहेगा, जो देने वाला है जैसे मान के चलो आपको यहाँ पर केला बेनिफिट मिलता है, अनएम्प्लॉयमेंट बेनिफिट मिलता है, हाउस अलाउंस मिलता है, मेडिकल फैसिलिटीज़ मिलती है, उसके लिए आप एलिजिबल नहीं हो। ਨਹੀਂ ਹੋ ਐਲੀਜੀਬਲ। ਅੱਛਾ, ਇਹ ਕਿੰਨੇ ਕੁ % ਚਾਂਸ ਹੈ ਭਾਜੀ ਕਿ ਪੀਜੀ ਤੋਂ ਬਾਅਦ ਮਾਸਟਰਸ ਡਿਗਰੀ ਮਿਲ ਜੇਗੀ ਕਨਫਰਮ? पाजी ये कुछ सीटें होती हैं, अगर 40 का बैच हो रहा है तो अगले उसमें 15 ही सीटें होती हैं, ओके। तो 25 बच्चे के लिए थोड़ी सी दिक्कत रहेगी आगे के लिए। तो आपने पीजी कंप्लीट करके उसके बाद मास्टर्स भी कंप्लीट कर ली, मैंने मास्टर भी कंप्लीट कर लिया है। तो फिर आगे का की प्लान भाजी? आगे का प्लान है कि मैं यहाँ से वापस इंडिया जा रहा हूँ। उसके पीछे रीज़न यही? रीज़न यही है कि दो कम नहीं हैगा, एक्सपेंस उतना ही है, आपको रहना है तो आपको ऑलमोस्ट 1500-2000 तो आपको रखने ही है। रखने वोल्ट यहाँ पर होती थी तो उसका सब्स्टिट्यूट बंद हो गया, अब वोल्ट का सब्स्टिट्यूट बंद हो गया तो हम किसी के पास काम भी नहीं कर सकते। अगर किसी के पास टीआरसी वैलिड नहीं है वो तो बिल्कुल ही काम नहीं कर सकता। तो यहाँ पर रह के कैसे कर सर्वाइव करेंगे, तो इससे बेटर है कि वापस जाए। ਭਾਜੀ ਮਾਸਟਰਸ ਤੋਂ ਬਾਅਦ ਮਾਸਟਰਸ ਤੇ ਆ ਗਏ, ਇਹ ਪਰਮਿਟ ਆ ਗਿਆ, ਫਿਰ ਵੀ ਆਪਾਂ ਨੂੰ ਡਿਲੀਵਰੀ ਤੋਂ ਬਿਨਾ ਹੋਰ ਕੋਈ ਕੰਮ ਨਹੀਂ ਮਿਲਦਾ। सबसे बड़ी बात यह है कि मेरे पास मेरे जो क्लासमेट हैं, किसी ने नर्सिंग करी हुई है, किसी ने सप्लाई चेन मैनेजमेंट के 5 साल का एक्सपीरियंस ले रखा है जी, और अच्छी अच्छी पोस्ट पे थे, गवर्नमेंट की जॉब थी उनकी, उनको भी अब ये वो फूड डिलीवरी ही करनी पड़ रही है और कोई काम नहीं है। आपको यहाँ पर 17 साल से जो रह रहा है, जो सिटीज़न है, वो भी फूड डिलीवरी करता मिलेगा, जो आप अभी आए हो वो भी फूड डिलीवरी करता मिलेगा। आपको कोई ऐसा नहीं है कि 17 साल वाला कुछ अच्छा ਅਚੀਵ ਕਰਕੇ ਬੈਠਾ, ਨਹੀਂ, ਸੇਮ ਹੈ। ਓਕੇ। ਤੇ ਭਾਜੀ ਇੱਕ ਇਸ ਤੋਂ ਬਾਅਦ ਚੀਜ਼ ਹੋਰ, ਲੈਂਗੁਏਜ ਬੈਰੀਅਰ। ਜਦੋਂ ਆਪਾਂ ਮੰਨ ਲਓ ਸਿਟੀ 'ਚ ਕੰਮ ਕਰਦੇ ਆ ਜਾਂ ਗੱਲ ਕਰਦੇ ਆ ਕਿਸੇ ਨਾਲ, ਜਾਂ ਇੱਧਰ ਦੇ ਸਿਟੀਜ਼ਨ ਨੇ ਜਿਹੜੇ, ਉਹਨਾਂ ਦੇ ਵਿੱਚ ਲੈਂਗੁਏਜ ਦਾ ਬੈਰੀਅਰ ਆਉਂਦਾ ਕਿ ਤੁਹਾਨੂੰ ਇੰਗਲਿਸ਼ ਦੇ ਵਿੱਚ ਸਾਰਾ ਸਮਝ ਲੈਂਦੇ ਆ ਜਾਂ ਇਹਨੂੰ ਫਿਨਿਸ਼ ਚਾਹੀਦੀ ਹੈ ਵੀ ਹਾਂ ਫਿਨਿਸ਼ ਕਰੋ? इधर पाजी अगर नॉर्मली आप किसी से बात करते हैं, जी जी, जो यंग हैं, उनसे तो आप कम्युनिकेशन कर सकते हैं, वो इंग्लिश आपसे बोलते भी हैं और आप समझ भी लेते हैं जी। लेकिन जो 40-50 प्लस हैं वो उनको इंग्लिश नहीं आती, आप उनसे कम्युनिकेशन नहीं कर सकते, ना वो प्रेफरेंस करते हैं कि आपसे बात करें इंग्लिश में। आपको यहाँ की फिनिश आती है तो वही आपसे बात कर पाएंगे। ਓਕੇ। ਤੇ ਦੂਜੀ ਚੀਜ਼ ਭਾਜੀ, ਜੋ ਲਾਸਟਲੀ ਆਪਾਂ ਹੁਣ ਗੱਲ ਖਤਮ ਕਰਦੇ ਹਾਂ ਫਿਨਲੈਂਡ ਦੇ ਬਾਰੇ, ਹੈਪੀਐਸਟ ਕੰਟਰੀ ਇਨ ਦਾ ਵਰਲਡ। ਭਾਜੀ ਟੈਗ ਲੱਗਿਆ ਹੋਇਆ ਪਿਛਲੇ 7 ਸਾਲ ਤੋਂ ਕਿ ਫਿਨਲੈਂਡ ਹੈਪੀਐਸਟ ਕੰਟਰੀ ਇਨ ਦਾ ਵਰਲਡ ਹੈ। ਕੀ ਸੱਚਾਈ ਹੈ? ਹੈਪੀਐਸਟ ਕੰਟਰੀ ਕਿਹਦੇ ਵਾਸਤੇ ਹੈ? ਕੀ ਇਹ ਆਉਣ ਵਾਲੇ ਸਟੂਡੈਂਟਸ ਵਾਸਤੇ ਹੈ ਜਾਂ ਆਪਣੇ ਲੋਕਾਂ ਲਈ ਹੈ? ਕਿਹਦੇ ਲਈ ਹੈ ਭਾਜੀ? ਆਉਣ ਵਾਲੇ ਸਟੂਡੈਂਟ ਤਾਂ ਭਾਜੀ ਹੱਸਣਾ ਭੁੱਲ ਜਾਣਗੇ ਪਹਿਲੀ ਵਾਰ। ਜਿਹੜੇ ਇੱਧਰ ਰਹਿ ਰਹੇ ਨੇ ਜੀ, ਉਹਨਾਂ ਦੇ ਲਈ ਹੈਪੀਨੈਸ ਹੈ। ਜਿਹੜੇ ਇੱਧਰ ਲੋਕਲ ਬੰਦੇ ਸਿਟੀਜ਼ਨ ਨੇ, ਓਕੇ, ਸਿਟੀਜ਼ਨ ਦੇ ਉਹਨੂੰ ਬੈਨੀਫਿਟ ਹੈ, ਹਰ ਚੀਜ਼ ਦਾ ਬੈਨੀਫਿਟ ਹੈ, ਅਲਾਊਂਸ ਮਿਲਦਾ ਹੈ, 2-2000 ਰੁਪਏ ਉਨकी ਪੈਨਸ਼ਨ ਲੱਗੀ ਹੋਈ ਹੈ। ਤੁਸੀਂ 12 ਘੰਟੇ 1 ਮਹੀਨਾ ਕੰਮ ਕਰੋਗੇ ਤਾਂ ਤੁਹਾਨੂੰ 1500 ਮਿਲਨੇ ਆ, ਉਹ ਬੈਠੇ ਬੈਠੇ 2000 ਲੈ ਰਹੇ ਨੇ। ਤੇ ਜਿਹੜੀ ਉਹਨਾਂ ਦੀ ਪੈਨਸ਼ਨ ਇਕੱਠੀ ਕਰ ਰਹੇ ਨੇ ਤੁਹਾਡੇ ਟੈਕਸ ਚੋਂ। हाँ जी, दूसरी गल है यहाँ पे ELO भरा जाता है, अगर आप ELO नहीं भरते हैं तो आपको वीज़ा आप अप्लाई भी नहीं कर सकते। ਉਹ ਪੂਰੇ ਰਿਕਾਰਡ ਹੋਣਾ ਚਾਹੀਦਾ ਹਰ हाँ जी, हाँ जी, मैं अब तक 24 महीने की ELO लगभग 4800 यूरो भर चुका हूँ। 4800 यूरो 5 ਲੱਖ ਰੁਪਈਆ ਜਿਹੜੇ ਕਿ ਇਹਨਾਂ ਨੇ ਉਹ ਬੁਢਾਪਾ ਪੈਨਸ਼ਨ 'ਚ ਦੇਣੇ। बुढ़ापा पेंशन जब मैं 60 साल का हूँगा तो मिलेगा ਤੇ वो। ਤੁਹਾਨੂੰ ਭਾਜੀ ਸਿਟੀਜ਼ਨਸ਼ਿਪ ਦੇਣਗੇ? सिटीजन तो PR नहीं देंगे। ਤੇ ਭਾਜੀ ਫਿਰ ਉਹ ਸਿਟੀਜ਼ਨਸ਼ਿਪ ਨਹੀਂ ਦੇਣਗੇ, ਫਿਰ ਤੁਸੀਂ ਭਰ ਕਿਉਂ ਰਹੇ ਆ? दूसरी वही गल है ना, मैं बी परमिट से आ, मैं टूरिस्ट आएगा तो मेरे से फिर वो भी ले रहे हैं
ਟੈਕਸ ਵੀ ਲੈ ਰਹੇ ਨੇ। ਗੱਲ ਹੋਈ ਹੈ ਭਾਜੀ, ਗੱਲ ਹੋਈ ਹੈ, ਤੁਹਾਡੇ ਕੋਲੋਂ ਲੈ ਰਹੇ ਨੇ, ਤੁਹਾਨੂੰ ਅੱਗੇ ਇੱਥੇ ਰਹਿਣ ਦਾ ਮੌਕਾ ਨਹੀਂ ਦੇ ਰਹੇ। PR ਸਿਟੀਜ਼ਨ ਬਾਅਦ ਦੀ ਗੱਲ ਹੈ, PR ਤੱਕ ਦਾ ਪੁਆਇੰਟ ਦੀ ਤੁਹਾਨੂੰ ਦੇ ਰਹੇ, ਫਿਰ ਵੀ ਟੈਕਸ ਲਈ ਜਾ ਰਹੇ ਆ, ਲਈ ਜਾ ਰਹੇ। ਟੈਕਸ ਦੇ ਲਈ 1 ਤਾਰੀਖ ਨੂੰ ਤੁਹਾਨੂੰ ਇਨਵੋਇਸ ਆ ਜਾਣੀ ਹੈ। ਮੈਟਰੋਪੋਲੀਆ ਯੂਨੀਵਰਸਿਟੀ ਭਾਜੀ ਰਿਕਮੈਂਡਡ ਕਿ ਨਹੀਂ? ਨਹੀਂ ਭਾਜੀ, ਜੇ ਤੁਸੀਂ ਫਿਨਲੈਂਡ ਫਿਰ ਵੀ ਤੁਹਾਨੂੰ ਲੱਗਦਾ ਕਿ ਆਉਣਾ ਚਾਹੀਦਾ ਜੀ, ਤਾਂ ਤੁਸੀਂ A ਪਰਮਿਟ ਮਾਸਟਰ 'ਚ ਆਣਾ ਔਰ ਆਪਣਾ 1-2 ਸਾਲ ਦਾ ਬੈਕਅਪ ਲੈ ਕੇ ਆਣਾ, ਪੈਸੇ ਨਾਲ ਲੈ ਕੇ ਪੈਸੇ ਲੈ ਕੇ ਆਣਾ। ਮਾਸਟਰਸ ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ ਫਿਰ PSW ਦਾ ਕੀ ਸੀਨ ਹੈ? PSW ਦਾ ਭਾਜੀ 2 ਸਾਲ ਦਾ ਜੋਬ ਸਰਚਿੰਗ ਵੀਜ਼ਾ ਮਿਲਦਾ ਹੈ, ਬਟ ਜੋ ਬੜੀ ਡਿਫਿਕਲਟ ਹੈ ਉਹ ਫਿਰ ਵਰਲਡ ਫੂਡ ਔਰ ਹੀ ਕਰਨਾ ਹੈ ਇੱਧਰ। ਤੇ ਫਿਰ ਉਹ PSW ਕੰਪਲੀਟ ਹੋਣ ਤੋਂ ਬਾਅਦ ਕੀ ਚਾਂਸ ਹੈ? ਉਹਦੇ ਬਾਅਦ ਭਾਜੀ ਤੁਸੀਂ ਅਗਰ ਕੰਟਰੈਕਟ ਮਿਲ ਗਿਆ ਜੀ, फिर तो ठीक है जी। जे कॉन्ट्रैक्ट नहीं मिला फिर आपको बैकअप करना पड़ेगा, मतलब फिर कंट्री चेंज ਜਾਂ ਵਾਪਸ ਇੰਡੀਆ? या वापस इंडिया, आपको कुछ ना कुछ करना पड़ेगा। ਤੁਸੀਂ ਫੈਮਿਲੀ ਦੇ ਨਾਲ ਆਏ ਸੀ ਭਾਜੀ, ਫੈਮਿਲੀ ਦੇ ਨਾਲ ਦਿੱਕਤ ਕਿਹੜੀ ਆਉਂਦੀ ਹੈ ਸਭ ਤੋਂ ਵੱਡੀ? दिक्कत भाजी एक तो चलो ਅਸੀਂ ਬੰਦੇ ਆ तो फिर भी फूड वूड करके अपना खर्चा ਤੁਹਾਡੀ ਵਾਈਫ ਨੇ ਕੰਮ ਕੀਤਾ ਨਾਲ ਉਹ ਵੀ ਦੱਸਿਓ। मैं मेरी वाइफ 2 साल हो गए ने, मेरी वाइफ ने इधर हर जगह ट्राई किया जी, ਈਵਨ ਕਲੀਨਿੰਗ 'ਚ ਵੀ ਟਰਾਈ ਕੀਤਾ, ਕਲੀਨਿੰਗ 'ਚ ਵੀ ਜੋਬ ਨਹੀਂ ਮਿਲੀ। 2 ਸਾਲ ਘਰ ਬੈਠੇ ਹੋਏ ਹੈ ਡਿਪੈਂਡੈਂਟ ਵੀਜ਼ਾ ਤੇ है डिपेंडेंट वीजा। ਉਹਨਾਂ ਕੋਲ ਪਰਮਿਟ A B बी है, B ਪਰਮਿਟ ਹੈ ਦੋਨਾਂ ਦਾ ਹੀ? परमिट बी रहेगा आपका। और मैंने काम स्टार्ट इसलिए करा क्योंकि सर्वाइवल मुश्किल है तो आपको काम स्टार्ट करना पड़ेगा। अभी वेदर अच्छा है, अभी अगस्त सितंबर के बाद इतनी स्नो होएगी तो इसके बीच में ही आपको ड्राइव करना है, -28 में आपको फूड डिलीवरी करनी है, टाइम पे खाना पहुंचाना है, और क्या नाम है, इनको ना पहुंचा पाए तो पेमेंट भी बड़ी जल्दी कट होती है, सब चीज़ होता है, तो डिफ़िकल्ट है यहाँ पर सर्वाइव करना। ओके, मतलब कि अगर हम बात करें कि एज अ स्टूडेंट किसी ने आना है, हाईएस्ट क्वालिफिकेशन करके उसको अगला फ्यूचर प्लान अपना यही है कि या तो वापस जाए, अगर यहाँ पे रहने के लिए कुछ ना कुछ जुगाड़ करना है तो उसके लिए कॉन्ट्रैक्ट अच्छा ढूंढना पड़ता है कॉन्ट्रैक्ट। तो कॉन्ट्रैक्ट अगर मिल भी जाता है तो व्हाट्स चांसेस फॉर PR भाजी? PR कॉन्ट्रैक्ट का यहाँ का अभी का रूल जो आया है, कॉन्ट्रैक्ट के बेस पे आप ऐसा कर सकते हैं कि आपको कहीं से कॉन्ट्रैक्ट मिल गया, वैसे तो यहाँ पर देसी बंदे अभी बड़ा ब्लैकमेलिंग करके कॉन्ट्रैक्ट खरीद भी रहे हैं 5-6 हज़ार यूरो में, तो लेकिन अगर आपको जेन्युइन कॉन्ट्रैक्ट मिल जाता है तो वो आपका कंटिन्यू टैक्स भरेगा और ELO भरेगा जी। अगर 1% वो आपसे जैसा मर्जी काम, जितना मर्जी टाइम काम करवा भी सकता है, आप इस वो टाइम का पंचुअल नहीं रहेंगे। और अगर वो आपको कॉन्ट्रैक्ट में आपका काम ख़त्म हो गया तो विद इन 3 मंथ के अंदर आपको दूसरा कॉन्ट्रैक्ट ढूंढना पड़ेगा, नहीं तो आपको 3 मंथ के बाद वापस जाना पड़ेगा। ओके, आपको 3 मंथ के बाद 1 दिन भी अगर एक्स्ट्रा हुआ तो आपको डिपोटेशन दे देंगे। मतलब ਭਾਜੀ ਜੋ ਪਹਿਲਾਂ ਆਪਾਂ ਸੁਣਦੇ ਸੀ ਕਿ ਫਿਨਲੈਂਡ ਦੇ ਰੂਲ ਬਹੁਤ ਈਜ਼ੀ ਹੈ ਭਾਜੀ, ਸੌਖੇ ਹੈ, ਹੁਣ ਉਹ ਕਿਤੇ ਨਾ ਕਿਤੇ ਮੁਸ਼ਕਲ ਆਊਗੀ ਆਉਣ ਵਾਲੇ ਸਟੂਡੈਂਟਸ ਨੂੰ ਜਾਂ ਜਿਹੜੇ ਰਹਿ ਰਹੇ ਨੇ ਉਹਨਾਂ ਨੂੰ ਵੀ? एवरी 6 मंथ के बाद यहाँ पर रूल चेंज हो रहे हैं। ठीक है। और रूल चेंज का ऐसा है कि इवन यहाँ के जो लॉयर्स हैं उनसे भी आप कंसल्ट करोगे, उन्हें भी क्लियर नहीं होता कि आगे का डिसीजन आपका क्या आएगा। ਭਾਜੀ ਇਹ ਜਦੋਂ ਮੰਨ ਲਓ ਆਪਾਂ ਗੱਲ ਕਰ ਲੈਂਦੇ ਆ ਕਿ ਲਾਇਰਸ ਜਦੋਂ ਆਪਾਂ ਇੱਥੇ ਆ ਜਾਂਦੇ ਆ, ਆਪਾਂ ਨੂੰ ਹਾਇਰ ਕਰਨੇ ਪੈਂਦੇ ਆ ਆਪਣੇ ਅਗਲੇ ਵੀਜ਼ਾਸ ਅਪਲਾਈ ਕਰਨ ਲਈ, ਚਾਹੇ ਵਰਕ ਪਰਮਿਟ, ਚਾਹੇ ਸਟੱਡੀ ਵੀਜ਼ਾ, ਜਾਂ ਕਿਸੇ ਤਰ੍ਹਾਂ ਦੀ ਕੋਈ ਵੀ ਅਪੀਲ ਕਿਸੇ ਨੇ ਪਾਣੀ ਹੈ, ਕਿੰਨੇ ਕੇ ਪੈਸੇ ਲੱਗ ਜਾਂਦੇ ਆ ਹਮਾਰੇ ਜਮਾਨੇ? ਭਾਜੀ आपकी 3-4 महीने की सैलरी तो वो 1 मिनट ਚ ਲੈ ਲੈਣਗੇ। ਮਿਲਣ ਦੇ ਪੈਸੇ, ਅਪਾਇੰਟਮੈਂਟ ਦੇ ਪੈਸੇ ਲੱਗ ਅਪਾਇੰਟਮੈਂਟ ਦੇ ਤੁਸੀਂ ਬਸ ਡਿਸਕਸ ਕਰਨਾ ਹੈ। ਮੇਰਾ ਕੇਸ ਇਹ ਹੈਗਾ, ਉਹਦੀ ਫੀਸ 200 ਤੋਂ 250 ਯੂਰੋ ਹੈਗੀ 1 ਘੰਟੇ ਦੀ। 1 ਘੰਟੇ ਦੀ? ਜੇ ਤੁਸੀਂ 2 ਘੰਟੇ ਲੱਗੇ 500 ਯੂਰੋ ਗਏ। ਜੇ ਤੁਹਾਡਾ ਕੇਸ ਅਪਲਾਈ ਕਰਨਗੇ ਤਾਂ ਸਿੰਗਲ ਬੰਦੇ ਦਾ 1500 से 2000 ਯੂਰੋ ਲੱਗਦਾ ਹੈ। ਜੇ ਫੈਮਿਲੀ ਹੈਗੀ ਤਾਂ ਕਾਊਂਟ ਕਰ ਲਓ प्लस 2-2000। मतलब वीज़ा आवे ना आवे कोई मैटर नहीं ਭਾਜੀ, ਵੀਜ਼ਾ ਅਪਲਾਈ ਕਰਨੇ से पहले आपको सारी पेमेंट देनी है, ਉਹਨਾਂ ਨੂੰ ਕੋਈ ਮਤਲਬ ਨਹੀਂ ਆਵੇ ਤੁਹਾਡਾ ਨਾ ਆਵੇ, ਹੈ ਨਾ? ਸੋ ਬਹੁਤ ਨੁਕਸਾਨ। ਉਹ ਕਹਿਣਗੇ ਕਿ ਖੁੱਲਾ ਕਹਿਣਗੇ 50-50 ਆਏਗਾ कि आ भी सकता है, नहीं आ सकता, बट मैं ਇਹ श्योरिटी लेता हूँ कि भी 6-7 ਮਹੀਨੇ ਨਹੀਂ ਆਏਗਾ। 6-7 ਮਹੀਨੇ ਤੁਸੀਂ ਕਮਾ ਲਓ ਬਸ। ਇੱਕ ਭਾਜੀ ਹੋਰ ਬੜੀ ਕਹਾਣੀ ਚੱਲਦੀ ਵੀ ਇੱਥੇ ਐਂਟਰਪ੍ਰੈਨਿਓਰੀਅਲ ਵੀਜ਼ਾ ਕਿਹੜਾ ਹੈ, ਉਹ ਵੀ ਬੜਾ ਲੋਕੀ ਥੋੜਾ ਜਿਹਾ ਹੁਆ ਬਣਾਇਆ ਹੋਇਆ ਇੰਡੀਆ 'ਚ ਕਿ ਅਸੀਂ ਉਹ ਅਪਲਾਈ ਕਰ ਲਾਂਗੇ ਜਾ ਕੇ ਉੱਥੇ, ਉਹ ਵੀਜ਼ਾ ਚੇਂਜ ਹੋ ਜਾਊਗਾ ਸਾਡਾ, ਉਹਦੀ ਕੀ ਸੱਚਾਈ ਹੈ? ਭਾਜੀ ਐਂਟਰਪ੍ਰੈਨਿਓਰ ਪਹਿਲੇ ਸੀਗਾ, ਰੂਲ ਚੇਂਜ ਹੋ ਗਿਆ ਜੀ। ਹੁਣ ਤੁਸੀਂ ਐਂਟਰਪ੍ਰੈਨਿਓਰ ਅਪਲਾਈ ਕਰੋਗੇ ਤੇ ਐਂਟਰਪ੍ਰੈਨਿਓਰ 'ਚ ਵੀਜ਼ਾ ਨਹੀਂ ਦੇਣਾ ਹੈ।
एंटरप्रेन्योर प्लस ਤੁਹਾਡਾ बिजनेस होना चाहिए, बिजनेस के साथ प्लस आपका कोई कॉन्ट्रैक्ट होना चाहिए। और बिजनेस चाहे आउट ऑफ फिनलैंड हो, आउट ऑफ फिनलैंड नहीं, इनसाइड ऑफ फिनलैंड होना चाहिए, और यहाँ का कोई कॉन्ट्रैक्ट होना चाहिए। इन केस आप फूड डिलीवरी कर रहे हो तो आपका वोल्ट का कॉन्ट्रैक्ट परमानेंट होना चाहिए। जी। इन केस आप पोस्ती कर रहे हो तो पोस्ती का कॉन्ट्रैक्ट आपके पास होना चाहिए। सो मतलब कि ਸਾਰੇ ਪਾਸੇ ਨੂੰ ਕੁੱਲ ਮਿਲਾ ਕੇ ਟੈਨਸ਼ਨ ਹੈ। ਟੈਨਸ਼ਨ ਹੈ, ਬਿਲਕੁਲ ਟੈਨਸ਼ਨ ਹੈ। ਜੀ ਜੀ ਜੀ। ਤੇ ਤੁਸੀਂ ਹੁਣ ਭਾਜੀ ਤੁਹਾਡਾ ਫਿਊਚਰ ਪਲਾਨ, ਤੁਸੀਂ ਵਾਪਸ ਜਾ ਰਹੇ ਹੋ, ਹੁਣ ਕੀ ਕਰਨਾ? जी मैं वापस जा रहा हूँ। जी जी जी। देख लिया यूरोप, मतलब यूरोप हैप्पीएस्ट कंट्री। यूरोप अच्छा हैगा, हाँ। बट ये मैंने देख लिया ये हैप्पीएस्ट कंट्री ਭਾਜੀ है। ਮੇਰੇ ਕੋਲ ਨਹੀਂ ਘੁੰਮਣ ਨੂੰ ਇਹਦੇ ਵਰਗੀ ਕੰਟਰੀ ਕੋਈ ਨਹੀਂ, ਬਿਕੋਜ਼ ਸੋਹਣਾ ਆ, ਵਧੀਆ ਆ, ਲੋਕੀ ਚੰਗੇ ਆ, ਠੀਕ ਹੈ। ਜੇ ਆਪਾਂ ਇੱਥੋਂ ਸਿਟੀ ਤੋਂ ਬਾਹਰ ਜਾਂਦੇ ਆ ਭਾਜੀ, ਪਹਾੜਾਂ ਵਾਲੀ ਸਾਈਡ ਦਾ ਬੜਾ ਸੋਹਣਾ ਆ। सोना है, सुकून है, सेफ है, सबसे बड़ी बात सेफ है, और बहुत ਵਧੀਆ ਹੈ। ਬਹੁਤ ਵਧੀਆ। ਬਸ ਇਹ ਹੈ ਵੀ ਫਿਊਚਰ ਪਲਾਨ ਜੇ ਤੁਸੀਂ ਲੈ ਕੇ ਆ ਰਹੇ ਹੋ, ਉਹਦੇ ਲਈ ਕਿਤੇ ਨਾ ਕਿਤੇ ਸੋਚਣਾ ਪੈਣਾ। ਸੋਚਣਾ ਪੈਣਾ ਜੀ। ਤੇ ਇਹ ਸੀਗੀ ਕੋਈ ਛੋਟੀ ਜਿਹੀ ਇੱਕ ਇਨਫੋਰਮੇਸ਼ਨ ਵੀਡੀਓ ਜਿਹਦੇ ਤੁਹਾਡੇ ਤੱਕ ਪਹੁੰਚਾਈ, ਜਿਹਦੇ ਵਿੱਚ ਤੁਹਾਨੂੰ ਕੁਛ ਨਾ ਕੁਛ ਸਿੱਖਣ ਨੂੰ ਮਿਲੂਗਾ ਜਾਂ ਨੌਲੇਜ ਮਿਲੂਗੀ ਕਿ ਤੁਸੀਂ ਫਿਨਲੈਂਡ ਅਪਲਾਈ ਕਰ ਰਹੇ ਹੋ, ਪੀਜੀ ਡਿਪਲੋਮਾ ਖਾਸ ਕਰਕੇ, ਤੇ ਇੱਕ ਦੋ ਯੂਨੀਵਰਸਿਟੀ ਜਿਹੜੀ ਅਸੀਂ ਦੱਸੀ ਉਹਦੇ ਵਿੱਚ ਅਪਲਾਈ ਕਰ ਰਹੇ ਹੋ। ਇੱਕ ਵਾਰੀ ਇਹਨੂੰ ਜ਼ਰੂਰ ਦੇਖਿਓ, ਤੁਹਾਡਾ ਕੋਈ ਵੀ ਪਲਾਨ ਹੈਗਾ ਆ ਪੀਜੀ ਤੇ ਆਉਣ ਨੂੰ, ਇਸ ਵੀਡੀਓ ਦੇਖ ਕੇ ਜੇ ਤੁਸੀਂ ਉਹ ਚੀਜ਼ ਦਾ ਕੋਈ ਡਿਸੀਜਨ ਲੈ ਸਕਦੇ ਹੋ, ਸਾਡੇ ਵਾਸਤੇ ਇਹ ਬਹੁਤ ਵੱਡੀ ਗੱਲ ਹੋਊਗੀ। ਬਾਕੀ ਇਸ ਤੋਂ ਬਾਅਦ ਜਿਹੜੀ ਹੋਰ ਵੀ ਗੱਲਾਂ ਹੈਗੀਆਂ ਨੇ ਫਿਨਲੈਂਡ ਦੇ ਬਾਰੇ, ਭਾਜੀ ਹੋਰਾਂ ਨੂੰ ਫ੍ਰੀ ਕਰਕੇ ਆਪਾਂ ਫਿਰ ਉਹ ਕਰਦੇ ਹਾਂ। ਜਾਂਦੇ ਜਾਂਦੇ ਭਾਜੀ ਦੀ ਇੱਕ ਲਾਸਟ ਗੱਲ ਰਹਿ ਗਈ ਸੀ, ਕਹਿੰਦੇ ਉਹ ਵੀ ਮੈਂ ਸ਼ੇਅਰ ਜ਼ਰੂਰ ਕਰਨੀ ਹੈ। ਸੋ ਦੱਸੋ ਭਾਜੀ। ਮੈਂ ਇੱਕ ਗੱਲ ਸ਼ੇਅਰ ਕਰਨੀ ਹੈ ਕਿ ਤੁਸੀਂ ਕਿਸੇ ਵੀ ਕੰਟਰੀ 'ਚ ਜਾਓ, ਜਿਵੇਂ ਇੱਧਰ ਆਣੇ ਨੂੰ ਸੋਚ ਰਹੇ ਹੋ, ਇਹ ਨਾ ਸੋਚੋ ਕਿ ਇੰਡੀਅਨ ਫੂਡ ਮਿਲੇਗਾ ਨਹੀਂ ਮਿਲੇਗਾ, ਇੰਡੀਅਨ ਗਰੋਸਰੀ ਮਿਲੇਗੀ ਨਹੀਂ ਮਿਲੇਗੀ, ਕਿਵੇਂ ਉੱਧਰ ਘੁੰਮਣ ਦਾ ਹੈ, ਕਿਵੇਂ ਸਾਰਾ ਹੈਗਾ, ਇਹ ਨਾ ਦੇਖੋ। ਤੁਸੀਂ ਇਹ ਦੇਖੋ ਉਹਦਾ ਅਨਇੰਪਲੋਇਮੈਂਟ ਰੇਟ ਕਿੰਨਾ ਹੈਗਾ। ਅਨਇੰਪਲੋਇਮੈਂਟ ਪੂਰੇ ਯੂਰਪ 'ਚ ਫਸਟ ਨੰਬਰ 'ਤੇ ਹਾਲੇ ਆ ਗਈ ਹੈ ਅਨਇੰਪਲੋਇਮੈਂਟ 'ਚ। ਤੁਸੀਂ ਚੈੱਕ ਕਰ ਸਕਦੇ ਹੋ। ਜੀ ਜੀ ਜੀ। ਇਹ ਚੀਜ਼ ਦੇਖੋ ਕੰਮ ਕਿੰਨਾ ਹੈਗਾ, ਉਧਰ ਦੇ ਹਾਲਾਤ ਕਿਵੇਂ ਹੈਗੇ। ਤੁਸੀਂ ਐਫਬੀ 'ਚ ਬੜੇ ਸਾਰੇ ਪੇਜ ਹੈਗੇ ਵੋਲਟ ਫੂਡੋਰਾ ਦੇ, ਤੁਸੀਂ ਜੁਆਇਨ ਕਰੋ, ਉਧਰ ਹਾਲਾਤ ਦੇਖੋ ਕਿੰਨੇ ਮਾੜੇ ਹਾਲਾਤ ਹੈਗੇ। ਲੋਕੀ ਇੱਕ ਇੱਕ ਆਈਡੀ 'ਚ 4-4 ਬੰਦੇ ਕੰਮ ਕਰਦੇ ਨੇ, 4-4 ਸ਼ਿਫਟ 'ਚ 40 ਬੰਦੇ ਨੇ, 40 ਬੰਨੇ ਹੈ, 40 'ਚ 30 यूरो आईडी वाले देंगे, 10 यूरो ਤੁਸੀਂ 4-4 घंटे 'ਚ ਬਣਾ ਰਹੇ ਹੋ, 2 यूरो पर आवर के हिसाब से। ਕੁਛ ਵੀ ਨਹੀਂ ਭਾਜੀ, 2 ਯੂਰੋ ਪਰ ਆਵਰ। ਤੇ ਆਪਾਂ ਜੇ ਕਿਸੇ ਛੋਟੀ ਯੂਰਪੀਅਨ ਕੰਟਰੀ ਦੀ ਗੱਲ ਕਰਦੇ ਆ ਨਾ, ਜਿੱਥੇ ਮੰਨ ਵੀ ਲਓ ਆਪਾਂ ਕਹਿ ਸਕਦੇ ਪੰਜਾਬੀ 'ਚ ਗਰੀਬ ਕੰਟਰੀ ਯੂਰਪ ਦੀ, ਉਹਦੇ ਵਿੱਚ ਵੀ ਭਾਜੀ 4-4 5-5 ਮਿਲ ਜਾਂਦੇ। ਬਿਲਕੁਲ ਬਿਲਕੁਲ ਸਹੀ ਹੈ। ਜੀ ਜੀ ਜੀ। ਬਾਕੀ ਕੋਈ ਨਹੀਂ ਭਾਜੀ, ਆਪਾਂ ਤੇ ਜੋ ਵੀ ਹੈਗਾ ਆ ਸੱਚਾਈ ਦੱਸਣ ਦੀ ਕੋਸ਼ਿਸ਼ ਕੀਤੀ ਹੈ। ਕਿਸੇ ਨੂੰ ਕੋੜਾ ਲੱਗਿਆ ਹੋਊਗਾ ਉਹਦੇ ਲਈ ਆਪਣੇ ਮਾਫੀ ਮੰਗਦੇ ਹਾਂ। ਬਾਕੀ ਆਪਾਂ ਕਰਦੇ ਹਾਂ ਗੱਲਾਂ ਭਾਜੀ ਹੋਰਾਂ ਨੂੰ ਫ੍ਰੀ ਕਰਕੇ। ਨੋ ਡਾਊਟ ਫਿਨਲੈਂਡ ਬਹੁਤ ਸੋਹਣੀ ਕੰਟਰੀ ਹੈ ਤੇ ਇਹਨਾਂ ਦੀ ਕੈਪੀਟਲ ਹੋਰ ਵੀ ਜ਼ਿਆਦਾ ਸੋਹਣੀ ਸਿਟੀ ਹੈ, ਬਟ ਇੱਥੇ ਘੁੰਮਣ ਫਿਰਨ ਦੇ ਲਈ ਲੋਕੀ ਤਾਂ ਬੜੇ ਆਉਂਦੇ ਨੇ, ਬਟ ਆਪਣੇ ਲੋਕੀ ਫਿਊਚਰ ਸਿਕਿਉਰ ਕਰਨ ਦੇ ਲਈ ਆਉਂਦੇ ਨੇ। ਉਹ ਗੱਲਾਂ ਜਿਹੜੀਆਂ ਸੀ ਉਹ ਕਲੀਅਰ ਕਰਨੀਆਂ ਜ਼ਰੂਰੀ ਸੀ, ਤੇ ਮੈਂ ਵੱਧ ਤੋਂ ਵੱਧ ਉਹ ਕਲੀਅਰ ਕਰਨ ਦੀ ਕੋਸ਼ਿਸ਼ ਭਾਜੀ ਹੋਰਾਂ ਨਾਲ ਕੀਤੀ। ਤੇ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਤਰੀਕੇ ਦੇ ਨਾਲ ਇੱਥੇ ਜੋ ਵੀ ਸਟੂਡੈਂਟਸ ਦੇ ਨਾਲ ਹੋ ਰਿਹਾ ਆ, ਉਹਨਾਂ ਨੇ ਵੀ ਦੱਸਿਆ, ਸੱਚ ਹੀ ਦੱਸਿਆ। ਠੀਕ ਹੈ, ਕਈਆਂ ਨੂੰ ਬੁਰਾ ਵੀ ਲੱਗੂਗਾ, ਪਰ ਹੈਗੀ ਸੱਚਾਈ ਹੈ ਇਹ। ਤੇ ਇਹ ਵੀਡੀਓ ਸੀਗੀ ਫਿਨਲੈਂਡ ਦੀ ਇਨਫੋਰਮੇਸ਼ਨ ਦੇ ਲਈ ਕਿ ਫਿਨਲੈਂਡ ਦੇ ਵਿੱਚ ਕਿਹੜੇ ਸਟੂਡੈਂਟ ਰਹਿ ਰਹੇ ਨੇ, ਉਹ ਕਿਸ ਤਰ੍ਹਾਂ ਦੇ ਨਾਲ ਰਹਿ ਰਹੇ ਨੇ, ਕੀ ਦਿੱਕਤਾਂ ਦਾ ਸਾਹਮਣਾ ਜਿਹੜੇ ਰਹੇ ਉਹ ਕਰਦੇ ਪਏ ਆ। ਸੋ ਇਹ ਕਿਸ਼ਨ ਹੋਰਾਂ ਨੇ ਆਪਣਾ ਪੂਰਾ ਜਿਹੜਾ ਐਕਸਪੀਰੀਅੰਸ ਸੀ 2 ਸਾਲ ਪਹਿਲਾਂ ਇੱਥੇ ਆਏ ਸੀ ਉਹ ਦੱਸਿਆ, ਤੇ ਦੱਸਣ ਦੀ ਕੋਸ਼ਿਸ਼ ਕੀਤੀ ਕਿ ਕਿਵੇਂ ਕਿਵੇਂ ਹਾਲਾਤਾਂ ਦੇ ਵਿੱਚੋਂ ਨਿਕਲਦੇ ਪਏ ਨੇ ਤੇ ਫਿਊਚਰ ਕੀ ਹੈ, ਤੇ ਹੁਣ ਵਾਪਸ ਹੀ ਜਾਣਾ ਪੈ ਰਿਹਾ। ਸੋ ਫਿਨਲੈਂਡ ਇੱਕ ਚੰਗੀ ਕੰਟਰੀ ਹੈ, ਪਰ ਜੇ ਆਪਾਂ ਸਹੀ ਤਰੀਕੇ ਦੇ ਨਾਲ ਆਈਏ ਨਾ ਤਾਂ ਇੱਕ ਚੰਗੀ ਕੰਟਰੀ ਹੈ, ਕਿਉਂਕਿ ਬੜੇ ਲੋਕੀ ਆਹੀ ਛੋਟੇ ਛੋਟੇ ਕੋਰਸਿਸ ਜਿਹੜੇ ਨੇ ਉਹ ਲੈ ਕੇ ਆ ਜਾਂਦੇ ਆ ਨਾ। ਦਿੱਕਤ ਉਹਦੇ ਵਿੱਚ ਆ ਰਹੀ ਹੈ, ਪੀਜੀ ਡਿਪਲੋਮਾ ਦੇ ਵਿੱਚ ਦਿੱਕਤ ਆ ਰਹੀ ਹੈ। ਬੈਚਲਰ ਮਾਸਟਰਸ ਵਾਲਿਆਂ ਨੂੰ ਕੋਈ ਦਿੱਕਤ ਨਹੀਂ ਹੈਗੀ। ਤੁਸੀਂ ਮਾਸਟਰਸ ਲਈ ਆਓਗੇ, ਇਹੀ ਟਾਈਪ ਦਾ ਪਰਮਿਟ ਮਿਲੂਗਾ, ਵਰਕ ਤੁਹਾਨੂੰ ਜਿਹੜਾ ਅਲਾਉ ਆ ਉਹ ਵੀ ਮਿਲੂਗਾ, ਅਤੇ ਤੁਹਾਡਾ ਜਿਹੜਾ PSW ਉਹ ਵੀ ਮਿਲੂਗਾ। ਬਟ ਇਹ ਪੀਜੀ ਡਿਪਲੋਮੇ 'ਚ ਕਿਸੇ ਤਰ੍ਹਾਂ ਦਾ ਕੋਈ ਵੀ PSW ਨਹੀਂ ਹੈਗਾ। ਇਸ ਤੋਂ ਬਾਅਦ ਮਾਸਟਰਸ ਤੁਹਾਨੂੰ ਕਰਨੀ ਹੀ ਪੈਣੀ ਹੈ, ਇਹੀ ਦੱਸਣ ਦੀ ਕੋਸ਼ਿਸ਼ ਉਹਨਾਂ ਨੇ ਕੀਤੀ ਹੈ। ਸੋ ਇਸ ਵੀਡੀਓ ਦੇ ਵਿੱਚ ਮੈਂ ਵੱਧ ਤੋਂ ਵੱਧ ਸੱਚ ਦੱਸਣ ਦੀ ਕੋਸ਼ਿਸ਼ ਕੀਤੀ ਹੈ, ਅਤੇ ਬਾਕੀ ਤੁਸੀਂ ਕੋਈ ਵੀ ਇਨਫੋਰਮੇਸ਼ਨ ਮੇਰੇ ਤੋਂ ਹੋਰ ਲੈਣੀ ਹੈ, ਤੁਸੀਂ ਮੈਨੂੰ ਮੇਰੇ WhatsApp, Instagram, Facebook 'ਤੇ ਕਮੈਂਟ ਕਰ ਸਕਦੇ ਹੋ, ਫੋਨ ਕਰ ਸਕਦੇ ਹੋ। ਮੇਰੇ ਵੱਲੋਂ ਤੁਹਾਡੇ ਸਾਰੇ ਡਾਊਟ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ। ਉਹਨਾਂ ਚਿਰ ਦੇ ਲਈ ਸਤਿ ਸ਼੍ਰੀ ਅਕਾਲ।